ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਣ ਵਿਚਾਰੇ ਗਿਆਨੀ ਸੋਏ, गुण में ज्ञान प्राप्त होए। गुण दाता विरला संसार, साची करनी गुर विचार। अगोचर कीमत नहीं पाए, ता मिलिए जा लए मिलाए। गुणवंती गुण सारे नीत, नानक गुरमत मिलिए मीत। गुणवंती गुण सारे नीत, नानक गुरमत मिलिए मीत। ਵਾਹਿਗੁਰੂ ਗੁਰੂ ਦੀ ਪਰਮ ਪਿਆਰੀ ਗੁਰੂ ਰੂਪ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਾਂ ਪਿਛਲੇ ਦਿਨਾਂ ਤੋਂ ਦੱਖਣੀ ਓਂਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਜੋ ਹੈ ਉਸ ਦਾ ਵਿਚਾਰ ਕਰ ਰਹੇ ਹਾਂ। ਔਰ ਅੱਜ ਇਹ 16ਵੇਂ ਅੰਗ ਤੋਂ ਅੱਗੇ ਆਪਾਂ ਇਹ ਵਿਚਾਰ ਸ਼ੁਰੂ ਕਰਦੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਆ ਭਾਈ ਗੁਰਮੁਖ ਪਿਆਰਿਓ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਸਤਿਗੁਰੂ ਬਖਸ਼ਿਸ਼ ਕਰਦੇ ਐ, ਗਾਵੀਐ ਸੁਣੀਐ ਮਨ ਰੱਖੀਐ ਭਾਉ। दुख पर हर सुख घर लै जाए, गुरमुख नादं गुरमुख वेदं गुरमुख रहा समाई। गुर ईसर गुर गोरख गुर पार ब्रह्मा गुर पार्वती माई। गुरु साहब बख्शिश करते हैं भाई, ये जेड़े ब्रह्मा विष्णु महेश है ना, इन्हां ने भी गुरु के गुणां नूं प्राप्त किया है। ते गुरबाणी सानू बख्शिश करती है कि सुनिया मन्निया मन कीता भाओ, अंतरगत तीरथ मल नाओ। सब गुण तेरे मैं नाही कोए, बिन गुण कीते भगत ना होए। ਹੁਣ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਆ ਵੀ ਜਿਸ ਗੁਰਮੁਖ ਪਿਆਰੀ ਰੂਹ ਨੇ ਪਰਮਾਤਮਾ ਨੂੰ ਪ੍ਰਾਪਤ ਕਰਨਾ ਹੈ, ਪਰਮਾਤਮਾ ਦੇ ਦਰਸ਼ਦਾਰੇ ਕਰਨੇ ਹੈ, ਪਰਮਾਤਮਾ ਦੇ ਵਿੱਚ ਅਭੇਦ ਹੋਣਾ ਹੈ, ਉਸ ਗੁਰਮੁਖ ਰੂਹ ਨੂੰ ਪਰਮਾਤਮਾ ਦੇ ਗੁਣ ਪ੍ਰਾਪਤ ਕਰਨੇ ਪੈਣੇ ਹੈ। ਤੇ ਗੁਣਾ ਬਿਨਾ ਉਹਦੀ ਕੀਮਤ ਨਹੀਂ ਹੈ, ਗੁਣਾ ਬਿਨਾ ਉਹਦੀ ਭਗਤ ਸਫਲ ਨਹੀਂ ਹੋਏਗੀ। ਇਹ ਗੁਰੂ ਸਾਹਿਬ ਸਾਨੂੰ ਬਖਸ਼ਿਸ਼ ਕਰ ਰਹੇ ਆ। ਹੁਣ ਇੱਥੇ ਗੁਰੂ ਸਾਹਿਬ ਇਹੀ ਬਖਸ਼ਿਸ਼ ਕਰਦੇ ਆ ਵੀ ਗੁਣ ਵਿਚਾਰੇ ਗਿਆਨੀ ਸੋਏ। ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਵੀ ਸਭ ਗੁਣ ਤੇਰੇ ਮੈਂ ਨਾਹੀ ਕੋਏ। ਗੁਣ ਸਾਰੇ ਪਰਮਾਤਮਾ ਦੇ ਆ, ਬੰਦੇ ਕੋਲ ਕਿਸੇ ਕੋਲ ਵੀ ਗੁਣ ਨਹੀਂ ਹੈ। ਜੇ ਕੋਈ ਗੁਣ ਕਿਸੇ ਨੂੰ ਦਿੱਤਾ ਹੈ ਪਰਮਾਤਮਾ ਨੇ ਦਿੱਤਾ ਹੈ। ਪਰਮਾਤਮਾ ਤੋਂ ਇਲਾਵਾ ਹੋਰ ਕੋਈ ਦਾਤਾ ਨਹੀਂ ਹੈ, ਗੁਣਾਂ ਦਾ ਦਾਨੀ ਨਹੀਂ ਹੈ। ਸਿਰਫ ਤੇ ਸਿਰਫ ਪਰਮਾਤਮਾ ਦੇ ਗੁਣ ਹੈ, ਔਰ ਪਰਮਾਤਮਾ ਹੀ ਆਪਣੇ ਗੁਣਾਂ ਨੂੰ ਆਪਣੇ ਪਿਆਰਿਆਂ ਨੂੰ ਦਿੰਦਾ ਹੈ। ਜਿਹੜੇ ਪਰਮਾਤਮਾ ਨਾਲ ਮਿਲਣ ਕਰਨਾ ਚਾਹੁੰਦੇ ਆ, ਜਿਹੜੇ ਪਰਮਾਤਮਾ ਦੀ ਸ਼ਰਨ ਹੋਣਾ ਚਾਹੁੰਦੇ ਆ, ਜਿਹੜੇ ਪਰਮਾਤਮਾ ਦੀ ਭਗਤੀ ਕਰਨਾ ਚਾਹੁੰਦੇ ਆ, ਤੇ ਗੁਰੂ ਸਾਹਿਬ ਕਹਿੰਦੇ ਗੁਣਾਂ ਦੇ ਪ੍ਰਾਪਤ ਕੀਤੇ ਬਿਨਾਂ ਪਰਮਾਤਮਾ ਦੀ ਭਗਤੀ ਵੀ ਨਹੀਂ ਹੁੰਦੀ। ਇਹ ਸਤਿਗੁਰੂ ਬਖਸ਼ਿਸ਼ ਕਰਦੇ ਆ। ਹੁਣ ਗੁਰੂ ਸਾਹਿਬ ਕਹਿੰਦੇ ਆ ਗੁਣ ਵਿਚਾਰੇ, ਜਿਹੜਾ ਪਰਮਾਤਮਾ ਦੇ ਗੁਣਾਂ ਨੂੰ, ਪਰਮਾਤਮਾ ਦੀ ਸਿਫਤ ਸਲਾਹ ਨੂੰ ਆਪਣੇ ਹਿਰਦੇ ਦੇ ਵਿੱਚ ਵਿਚਾਰ ਕਰਦਾ ਹੈ, ਗੁਰੂ ਸਾਹਿਬ ਕਹਿੰਦੇ ਆ ਅਸਲ ਗਿਆਨੀ ਜਿਹੜਾ, ਪੂਰਨ ਗਿਆਨੀ ਜਿਹੜਾ ਉਹੀ ਹੈ। ਉਹੀ ਗੁਰਮੁਖ ਪਿਆਰੀ ਰੂਹ ਜਿਹੜੀ ਆ ਉਹ ਗਿਆਨਵਾਨ ਹੈ, ਉਹਨੂੰ ਬ੍ਰਹਮ ਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ ਜਦੋਂ ਉਹ ਪਰਮਾਤਮਾ ਦੇ ਗੁਣਾਂ ਦੀ ਸਿਫਤ ਸਲਾਹ ਕਰਦਾ ਹੈ। ਜਦੋਂ ਉਹ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਉਦੋਂ ਗੁਣ ਜਿਹੜੇ ਪਰਮਾਤਮਾ ਵਾਲੇ ਹੈ
ਗੁਰੂ ਸਾਹਿਬ ਕਹਿੰਦੇ ਐ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਇਹ ਬਖਸ਼ਿਸ਼ ਕੀਤੀ ਸੀ ਪਰਮਪਿਤਾ ਪਰਮਾਤਮਾ ਨੇ, ਜਦੋਂ ਸੱਚਖੰਡ ਦੇ ਦੁਆਰੇ ਦੇ ਉੱਤੇ ਗੁਰੂ ਨਾਨਕ ਦੇਵ ਜੀ ਨੇ ਮੂਲ ਮੰਤਰ ਦੀ ਪ੍ਰਾਪਤੀ ਕਰਕੇ ਅੰਮ੍ਰਿਤ ਦਾ ਪਿਆਲਾ ਪੀ ਕੇ ਇਹ ਸੰਸਾਰ ਦੇ ਵਿੱਚ ਵਾਪਸ ਆਏ ਸੀ ਵੇਈਂ ਨਦੀ ਦੇ ਵਿੱਚੋਂ, ਤੇ ਲੋਕਾਂ ਨੂੰ ਆ ਕੇ ਕਿਹਾ ਸੀ ਭਾਈ ਇਸ ਮੰਤਰ ਦਾ ਜਪ ਕਰੋ। ਤੇ ਉਦੋਂ ਪਰਮਾਤਮਾ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਮੰਤਰ ਦਿੱਤਾ ਸੀ, ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਗੁਰਪ੍ਰਸਾਦ ਦੇ ਰੂਪ ਦੇ ਵਿੱਚ ਪਰਮਾਤਮਾ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚਖੰਡ ਦੇ ਦੁਆਰੇ ਦੇ ਉੱਤੇ ਮੰਤਰ ਦਿੱਤਾ ਸੀ ਔਰ ਇਹ ਕਿਹਾ ਸੀ ਕਿ ਹੇ ਗੁਰੂ ਨਾਨਕ ਸੰਸਾਰ ਦੇ ਵਿੱਚ ਜਾ ਕੇ ਇਸ ਦਾ ਜਪ ਕਰਾਓ। ਜਿਹੜੀਆਂ ਰੂਹਾਂ ਇਸ ਮੰਤਰ ਨੂੰ, ਇਸ ਮੂਲ ਮੰਤਰ ਨੂੰ ਜਪਣਗੀਆਂ ਉਹਨਾਂ ਦੇ ਵਿੱਚ ਮੇਰੇ ਵਾਲੇ ਗੁਣ ਆ ਜਾਣਗੇ, ਭਾਵ ਪਰਮਾਤਮਾ ਦੇ ਗੁਣ ਆ ਜਾਣਗੇ, ਉਹਨਾਂ ਦਾ ਆਵਾਗਮਨ ਕੱਟਿਆ ਜਾਏਗਾ, ਉਹ ਭਾਵ ਸਾਗਰ ਤੋਂ ਤਰ ਜਾਣਗੀਆਂ, ਉਹ ਜਿਉਂਦੀਆਂ ਜਾਗਦੀਆਂ ਰੂਹਾਂ ਹੋ ਕੇ ਮੇਰੇ ਦਰਸ਼ਨ ਕਰਨਗੀਆਂ, ਮੇਰੇ ਵਿੱਚ ਭੇਦ ਹੋ ਜਾਣਗੀਆਂ। ਤੋ ਸਾਧ ਸੰਗਤ ਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਗੱਲ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 150 ਅੰਗ ਦੇ ਉੱਪਰ ਇਹ ਪੌੜੀ ਇੱਕ ਮਾਝ ਮਹੱਲੇ ਦੇ ਵਿੱਚ ਉਚਾਰਨ ਕੀਤੀ ਔਰ ਇਹ ਆਪ ਅਸੀਂ ਸੰਗਤਾਂ ਹਮੇਸ਼ਾ ਜਦੋਂ ਕਿਤੇ ਸਾਡਾ ਸਮਾਂ ਬਣਦਾ ਅਸੀਂ ਇਹ ਪੌੜੀ ਨੂੰ ਪੜ੍ਹਦੀਆਂ। ਇਹ ਗੁਰੂ ਸਾਹਿਬ ਨੇ ਇਹ ਆਪਣਾ ਬਿਆਨ, ਆਪਣੀ ਗੱਲ ਕਿ ਮੈਨੂੰ ਪਰਮਾਤਮਾ ਨੇ ਨਾਮ ਅੰਮ੍ਰਿਤ ਦੀ ਪ੍ਰਾਪਤੀ ਮੈਨੂੰ ਬਖਸ਼ਿਸ਼ ਦਿੱਤੀ ਔਰ ਮੈਂ ਪ੍ਰਾਪਤ ਕੀਤਾ ਔਰ ਉਹ ਨਾਮ ਜਿਹੜਾ ਸਿਮਰਨ ਜਿਹੜਾ ਆ ਕੇ ਜਿਹੜਾ ਨਾ ਗੁਰੂ ਸਾਹਿਬ ਨੇ ਜਪਜੀ ਸਾਹਿਬ ਦੇ ਵਿੱਚ ਦਰਜ ਕਰਕੇ ਉਹ ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਦੇ ਵਿੱਚ ਜਪਜੀ ਸਾਹਿਬ ਲਗਾ ਕੇ ਇਹ ਸੰਗਤਾਂ ਨੂੰ ਕਿਹਾ ਭਾਈ ਇਸ ਨਾਮ ਦਾ ਜਪ ਕਰੋ, ਤੁਹਾਨੂੰ ਪਰਮਪਿਤਾ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਹੁਣ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਆ ਗੁਣ ਵਿਚਾਰੇ ਗਿਆਨੀ ਸੋਏ। ਜਦੋਂ ਕੋਈ ਰੂਹ ਗੁਣਾਂ ਨੂੰ, ਪਰਮਾਤਮਾ ਦੇ ਗੁਣਾਂ ਨੂੰ, ਗੁਣ ਜਿਹੜੇ ਆ ਸਿਰਫ ਪਰਮਾਤਮਾ ਦੇ ਆ, ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਜਪਜੀ ਸਾਹਿਬ ਦੇ ਵਿੱਚ ਸਾਨੂੰ, ਤੇ ਉਹ ਜਦੋਂ ਸਿਫਤ ਸਲਾਹ ਕਰਦੀ ਆ ਉਦੋਂ ਉਹ ਰੂਹ ਵੀ ਗਿਆਨੀ ਹੋ ਜਾਂਦੀ ਹੈ। ਗੁਣ ਜਿਹੜੇ ਆ ਉਹ ਰੂਹ ਦੇ ਕੋਲ ਵੀ ਆ ਜਾਂਦੇ ਆ ਪਰਮਾਤਮਾ ਵਾਲੇ। ਤੇ ਗੁਰੂ ਸਾਹਿਬ ਕਹਿੰਦੇ ਆ ਗੁਣ ਮੈਂ ਗਿਆਨ ਪ੍ਰਾਪਤ ਹੋਏ। ਜਦੋਂ ਇਹ ਗੁਣ ਸਾਡੇ ਅੰਤਰ ਹਿਰਦੇ ਦੇ ਵਿੱਚ ਵਸ ਜਾਂਦੇ ਆ ਪਰਮਾਤਮਾ ਦੀ ਕਿਰਪਾ ਨਾਲ, ਤੇ ਉਦੋਂ ਗੁਰੂ ਸਾਹਿਬ ਕਹਿੰਦੇ ਆ ਵੀ ਸਾਨੂੰ ਪਰਮਾਤਮਾ ਦੇ ਬ੍ਰਹਮ ਗਿਆਨ ਦੀ, ਪਾਰ ਬ੍ਰਹਮ ਪਰਮੇਸ਼ਰ ਦੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਰੂਹ ਜਿਹੜੀ ਸਾਡੀ ਆ ਉਹ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਬ੍ਰਹਮ ਗਿਆਨੀ ਬਣ ਜਾਂਦੀ ਹੈ। ਔਰ ਸਾਹਿਬ ਸ਼੍ਰੀ ਪੰਚਮ ਪਾਤਸ਼ਾਹ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਇਹ ਗੱਲ ਦੱਸੀ ਹੋਈ ਹੈ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ। ਤੋ ਸਾਧ ਸੰਗਤ ਜੀ, ਇਸ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹੈ ਗੁਣ ਦਾਤਾ ਵਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਸਤਿਗੁਰੂ ਬਖਸ਼ਿਸ਼ ਕਰਦੇ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦੱਖਣੀ ਓਂਕਾਰ ਦੀ ਬਾਣੀ ਦੇ ਵਿੱਚ ਉਚਾਰਨ ਕਰਦੇ ਹੈ ਕਿ ਗੁਣ ਜਿਹੜੇ ਹੈ ਭਾਈ ਇਹ ਗੁਣਾਂ ਦਾ ਦਾਤਾ ਕੋਈ ਵਿਰਲਾ ਹੀ ਹੈ। ਕੋਈ ਵਿਰਲਾ ਦਾ ਮਤਲਬ ਭਾਵ ਪਰਮਪਿਤਾ ਪਰਮਾਤਮਾ ਇੱਕ ਹੀ ਹੈ ਜੋ ਸਾਰੇ ਸੰਸਾਰ ਦੇ ਜੀਵਾਂ ਨੂੰ ਗੁਣ ਬਖਸ਼ਦਾ ਹੈ। ਕਿਸੇ ਨੂੰ ਗੁਣ ਬਖਸ਼ ਦਿੰਦਾ ਹੈ ਧਰਮ ਦੇ ਗਿਆਨ ਦਾ, ਕਿਸੇ ਨੂੰ ਗੁਣ ਬਖਸ਼ ਦਿੰਦਾ ਵਿਗਿਆਨ ਦੇ ਗਿਆਨ ਦਾ, ਕਿਸੇ ਨੂੰ ਗੁਣ ਬਖਸ਼ ਦਿੰਦਾ ਹੈ ਪਰਮਾਤਮਾ ਦੀ ਭਗਤੀ ਕਰਨ ਦਾ, ਕਿਸੇ ਨੂੰ ਗੁਣ ਬਖਸ਼ਦਾ ਹੈ ਸੰਸਾਰ ਦੇ ਕੰਮਾਂ ਦਾ। ਕੋਈ ਕੁਛ ਅਵਿਸ਼ਕਾਰ ਕਰਦਾ ਹੈ, ਕੋਈ ਕੁਛ ਅਵਿਸ਼ਵਾਰ ਕਰਦਾ ਹੈ। ਉਹ ਪਰਮਾਤਮਾ ਦੇ ਗੁਣ ਦਿੱਤੇ ਹੋਏ ਹੁੰਦੇ ਆ, ਤਾਂ ਹੀ ਉਹ ਪਰਮਾਤਮਾ ਦੀ ਕਿਰਪਾ ਨਾਲ ਨਵੀਆਂ ਨਵੀਆਂ ਖੋਜਾਂ ਵਿਗਿਆਨ ਦੇ ਵਿੱਚ ਕਰਦੇ ਆ ਮਹਾਂਪੁਰਸ਼, ਸਾਇੰਸਦਾਨ, ਵਿਗਿਆਨ ਲੋਕ। ਤੋ ਇਹ ਸਾਰੇ ਗੁਣ ਜਿਹੜੇ ਆ ਪਰਮਾਤਮਾ ਦੇ ਆ ਔਰ ਪਰਮਾਤਮਾ ਹੀ ਹਰ ਕਿਸੇ ਨੂੰ ਗੁਣ ਦਿੰਦਾ ਹੈ। ਚਾਹੇ ਕਿਸੇ ਨੂੰ ਕੋਈ ਵੀ ਗੁਣ ਦੇਵੇ ਉਹ ਪਰਮਾਤਮਾ ਦੇਗਾ। ਕਿਸੇ ਕੋਲੇ ਵੀ ਕੋਈ ਗੁਣ ਹੈ, ਕਿਸੇ ਕੋਲੇ ਕਾਰ ਚਲਾਉਣ ਦਾ ਗੁਣ ਹੈ, ਕਿਸੇ ਕੋਲੇ ਟਰੱਕ ਚਲਾਉਣ ਦਾ, ਕਿਸੇ ਕੋਲੇ ਹੈਲੀਕਾਪਟਰ ਹਵਾਈ ਜਹਾਜ਼ ਚਲਾਉਣ ਦਾ, ਕਿਸੇ ਕੋਲੇ ਰਾਕਟ ਚਲਾਉਣ ਦਾ, ਕਿਸੇ ਕੋਲੇ ਚੰਨ ਦੇ ਉੱਤੇ ਪਹੁੰਚਣ ਦਾ ਗੁਣ ਹੈ। ਇਹ ਸਾਰੇ ਪਰਮਾਤਮਾ ਨੇ ਦਿੱਤੇ ਹੋਏ ਆ ਉਹਨਾਂ ਨੂੰ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ ਭਾਈ ਸਾਚੀ ਕਰਨੀ ਗੁਰ ਵਿਚਾਰ। ਜਿਸ ਰੂਹ ਨੂੰ ਇਹ ਗੁਣ ਪ੍ਰਾਪਤ ਹੋ ਜਾਂਦੇ ਆ, ਗੁਰੂ ਸਾਹਿਬ ਕਹਿੰਦੇ ਵੀ ਉਹਦੀ ਕਰਨੀ ਜਿਹੜੀ ਹੈ, ਉਹਦੇ ਕਰਮ ਜਿਹੜੇ ਆ ਉਹ ਸੱਚੇ ਹੋ ਜਾਂਦੇ ਆ, ਪਰਮਪਿਤਾ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੋ ਜਾਂਦੇ ਆ, ਪਰਮਪਿਤਾ ਪਰਮਾਤਮਾ ਦੇ ਹੁਕਮ ਦੇ ਵਿੱਚ ਹੋ ਜਾਂਦੇ ਆ, ਪਰਮਪਿਤਾ ਪਰਮਾਤਮਾ ਦੀ ਓਟ ਆਸਰੇ ਦੇ ਵਿੱਚ ਹੋ ਜਾਂਦੇ ਆ। ਉਹ ਐਸੀ ਕਰਨੀ ਕਰਦਾ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਗੁਰ ਵਿਚਾਰ, ਗੁਰੂ ਦੇ ਵਿਚਾਰ ਦੁਆਰਾ ਫਿਰ ਉਹ ਐਸੀ ਕਰਨੀ ਕਰਦਾ ਹੈ।
ਸੱਚੀ ਕਰਨੀ। ਉਹ ਗੁਰੂ ਦੇ ਵਿਚਾਰ ਦੁਆਰਾ, ਗੁਰੂ ਤੋਂ ਮੱਤ ਲੈ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਮੱਤ ਦਿੰਦੇ ਆ। ਇਹ ਗੁਰੂ ਦਾ ਵਿਚਾਰ ਹੈ, ਇਹ ਗੁਰੂ ਦਾ ਵਿਚਾਰ ਹੀ ਗੁਰੂ ਸਾਹਿਬ ਕਹਿੰਦੇ ਆ ਸਿੱਖਿਆ ਸਿੱਖੀ ਗੁਰ ਵਿਚਾਰ। ਜਦੋਂ ਅਸੀਂ ਗੁਰ ਵਿਚਾਰ ਨੂੰ ਸਿੱਖ ਲਿਆ, ਸਾਡੀ ਮੱਤ ਜਿਹੜੀ ਹੈ ਪਰਮਾਤਮਾ ਦੀ ਸ਼ਰਨ ਹੋ ਗਈ ਹੈ, ਸੱਚ ਤੇ ਆਧਾਰਿਤ ਹੋ ਗਈ ਹੈ, ਸੱਚ ਨੂੰ ਸਾਡੀ ਮੱਤ ਨੇ ਗ੍ਰਹਿਣ ਕਰ ਲਿਆ ਹੈ। ਕੂੜ ਸਾਡਾ ਜਿਹੜਾ ਹੈ ਉਹ ਬਾਹਰ ਨਿਕਲ ਗਿਆ, ਔਰ ਕੂੜ ਤੋਂ ਇਲਾਵਾ ਜਿਹੜਾ ਜੋ ਵੀ ਹੈ ਉਹ ਪਰਮਪਿਤਾ ਪਰਮਾਤਮਾ ਹੀ ਹੈ। ਸਾਰਾ ਸੰਸਾਰ ਜਿਹੜਾ ਕੂੜ ਹੈ, ਬਿਨਸਨਹਾਰਾ ਹੈ, ਇਹ ਕੂੜ ਨਿਕਲ ਜਾਂਦਾ। ਜਦੋਂ ਸਾਡੀ ਰੂਹ 'ਚੋਂ ਕੂੜ ਨਿਕਲ ਗਿਆ, ਉਦੋਂ ਪਰਮਪਿਤਾ ਪਰਮਾਤਮਾ ਸਾਡੇ ਅੰਤਰ ਹਿਰਦੇ ਦੇ ਵਿੱਚ, ਸਾਡੇ 10ਵੇਂ ਦੁਆਰ ਦੇ ਵਿੱਚ ਹਾਜ਼ਰ ਹੈ। 10ਵੇਂ ਦੁਆਰ 'ਚੋਂ ਨਿਕਲ ਕੇ ਹਿਰਦੇ ਦੇ ਵਿੱਚ ਆ ਜਾਂਦਾ। ਗੁਰਮੁਖ ਪਿਆਰੇ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਅਗੰਮ ਅਗੋਚਰ ਕੀਮਤ ਨਹੀਂ ਪਾਏ। ਗੁਰੂ ਸਾਹਿਬ ਕਹਿੰਦੇ ਵੀ ਉਹ ਪਰਮਪਿਤਾ ਪਰਮਾਤਮਾ ਜਿਹੜਾ ਗੁਣ ਦਿੰਦਾ ਨਾ, ਉਹ ਹੈ ਕੌਣ, ਕਿਹੋ ਜਿਹਾ ਹੈ? ਗੁਰੂ ਸਾਹਿਬ ਕਹਿੰਦੇ ਉਹ ਅਗੰਮ ਹੈ, ਸਾਡੀ ਪਹੁੰਚ ਤੋਂ ਬਹੁਤ ਪਰੇ ਹੈ। ਅਗੋਚਰ, ਸਾਡੇ ਜਾਣਨ ਤੋਂ ਬਹੁਤ ਪਰੇ ਹੈ। ਅਸੀਂ ਉਸ ਨੂੰ ਜਾਣ ਨਹੀਂ ਸਕਦੇ ਆਪਣੇ ਜ਼ੋਰ ਨਾਲ। ਜ਼ੋਰ ਨਾ ਸੁਰਤੀ ਗਿਆਨ ਵਿਚਾਰ, ਜ਼ੋਰ ਨਾ ਜੁਗਤੀ ਛੁੱਟੇ ਸੰਸਾਰ। ਜਿਸ ਹੱਥ ਜ਼ੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ। ਗੁਰੂ ਸਾਹਿਬ ਇਹ ਬਖਸ਼ਿਸ਼ ਕਰਦੇ ਆ। ਉਹ ਅਗੋਚਰ ਹੈ, ਅਗੰਮ ਹੈ, ਕੀਮਤ ਨਹੀਂ ਪਾਏ। ਅਸੀਂ ਆਪਣੇ ਮਰਜ਼ੀ ਨਾਲ, ਆਪਣੇ ਮਨ ਦੀ ਸੋਚ ਨਾਲ, ਆਪਣੇ ਵਿਚਾਰ ਨਾਲ ਉਸ ਦੀ ਅਸੀਂ ਕੀਮਤ ਨਹੀਂ ਪਾ ਸਕਦੇ। ਭਾਵ ਉਸ ਨੂੰ ਅਸੀਂ ਜਾਣ ਨਹੀਂ ਸਕਦੇ ਕਿ ਉਹ ਕਿੰਨਾ ਕੁ ਕਰਨ ਸਮਰੱਥ ਹੈ, ਕਿੰਨਾ ਕੁ ਦਾਨੀ ਹੈ, ਕਿੰਨਾ ਕੁ ਦਾਤਾ ਹੈ। ਦਾਨੀ ਕੀ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਰੂਹ ਦਾ ਦਾਨ ਦਿੰਦਾ ਹੈ, ਫਿਰ ਸਾਨੂੰ ਸਰੀਰ ਦਾ ਦਾਨ ਦਿੰਦਾ ਹੈ, ਫਿਰ ਸਾਨੂੰ ਰਸਦ ਪਹੁੰਚਾਉਂਦਾ ਹੈ। ਇਹ ਸੰਸਾਰ ਦੇ ਵਿੱਚ ਬੈਠਿਆ ਹੋਇਆ ਇਹ ਵੀ ਉਹਦਾ ਦਾਨ ਹੈ। ਸਾਡਾ ਖਾਣਾ ਪੀਣਾ ਪਰਮਾਤਮਾ ਵੱਲੋਂ ਆਉਂਦਾ ਹੈ, ਸਾਨੂੰ ਕਰਮ ਜਿਹੜੇ ਕਰਵਾਉਂਦਾ ਉਹ ਪਰਮਾਤਮਾ ਕੋਲ। ਸਾਰਾ ਦਾਨ ਜਿਹੜਾ ਸਾਡੇ ਜੀਵਨ ਦਾ ਹੈ ਉਹ ਪਰਮਪਿਤਾ ਪਰਮਾਤਮਾ ਹੀ ਦਿੰਦਾ ਹੈ। ਤੇ ਅਸੀਂ ਉਹਦੀ ਕੀਮਤ ਨਹੀਂ ਆਪਣੀ ਸੂਝ ਨਾਲ, ਆਪਣੇ ਮਨ ਦੇ ਮੁਤਾਬਕ, ਆਪਣੀ ਮਰਜ਼ੀ ਨਾਲ ਸੋਚਾਂ ਵਿਚਾਰਾਂ ਕਰਦੇ ਹੋਏ ਅਸੀਂ ਉਸ ਨੂੰ ਨਹੀਂ ਜਾਣ ਸਕਦੇ ਕਿ ਉਹ ਕਿੱਡੀ ਵੱਡੀ ਕੀਮਤ ਵਾਲਾ ਹੈ। ਹੁਣ ਗੁਰੂ ਸਾਹਿਬ ਕਹਿੰਦੇ ਆ, ਤਾ ਮਿਲੀਏ ਜਾ ਲਏ ਮਿਲਾਏ। ਇਹ ਮਿਲਣਾ ਜਿਹੜਾ ਪਰਮਾਤਮਾ ਨਾਲ ਵੀ ਉਦੋਂ ਹੀ ਹੁੰਦਾ ਹੈ, ਸਾਡੇ ਜ਼ੋਰ ਨਾਲ ਨਹੀਂ ਹੋਣਾ। ਜ਼ੋਰ ਨਾਲ ਜੁਗਤੀ ਛੁੱਟੇ ਸੰਸਾਰ ਕਦੋਂ ਹੋਣਾ ਹੈ? ਜਦੋਂ ਪਰਮਪਿਤਾ ਪਰਮਾਤਮਾ ਦੀ ਬਖਸ਼ਿਸ਼ ਕਿਰਪਾ ਜਿਹੜੀ ਆ ਉਹ ਸਾਡੇ ਸਿਰ 'ਤੇ ਆ ਜਾਏਗੀ। ਪਰਮਾਤਮਾ ਖੁਸ਼ ਹੋ ਕੇ ਸਾਨੂੰ ਆਪਣਾ ਭੇਦ ਦੱਸਣਾ ਸ਼ੁਰੂ ਕਰ ਦੇਗਾ। ਫਿਰ ਗੁਰਮੁਖ ਪਿਆਰਿਆਂ ਦੇ ਇਸ ਸੁਰਤੀ ਜੁੜਨ ਦੀ ਵਜ੍ਹਾ ਕਰਕੇ ਇਸ ਦਿਮਾਗ ਦੇ ਵਿੱਚ ਪਰਮਪਿਤਾ ਪਰਮਾਤਮਾ ਆਪਣੇ ਵਿਚਾਰ ਬਖਸ਼ਿਸ਼ ਕਰਦਾ ਹੈ, ਔਰ ਉਹ ਵਿਚਾਰ ਜਿਹੜਾ ਅੰਤਰ ਹਿਰਦੇ ਦੇ ਵਿੱਚ ਵਾਸਾ ਕਰਦੇ ਆ। ਔਰ ਜਦੋਂ ਇਹ ਵਿਚਾਰ ਸਾਡੇ ਅੰਦਰ ਪ੍ਰਗਟ ਹੋ ਜਾਂਦੇ ਆ, ਉਦੋਂ ਪਰਮਪਿਤਾ ਪਰਮਾਤਮਾ ਵੀ ਜਿਹੜਾ ਜਾਗਰਤ ਹੋ ਜਾਂਦਾ ਹੈ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤਿ ਮਿਲੀਐ ਮੀਤ। ਸਤਿਗੁਰੂ ਬਖਸ਼ਿਸ਼ ਕਰਦੇ ਆ ਭਾਈ ਗੁਰਮੁਖ ਪਿਆਰਿਓ ਕਿ ਗੁਣਵੰਤੀ ਔਰਤ ਜਿਹੜੀ ਹੁੰਦੀ ਹੈ ਨਾ, ਕਿਉਂਕਿ ਸਾਡੀ ਰੂਹ ਜਿਹੜੀ ਹੈ ਉਹ ਪਰਮਾਤਮਾ ਦੀ ਔਰਤ ਹੈ। ਸਬਾਈ ਨਾਰ, ਗੁਰੂ ਸਾਹਿਬ ਕਹਿੰਦੇ ਆ ਇੱਕ ਖਸਮ ਜਿਹੜਾ ਸਾਡਾ ਉਹ ਪਰਮਪਿਤਾ ਪਰਮਾਤਮਾ, ਔਰ ਬਾਕੀ ਸਾਰੀ ਸ੍ਰਿਸ਼ਟੀ ਦੇ ਜੀਵ ਜਿੰਨੇ ਵੀ ਹੈ ਉਹ ਨਾਰਾ ਹੈ, ਪਰਮਾਤਮਾ ਦੀ ਔਰਤ ਹੈ, ਅਰਧਾਂਗਣੀ ਹੈ ਪਰਮਾਤਮਾ ਦੀ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਗੁਣਵੰਤੀ ਕਦੋਂ ਹੁੰਦੀ ਹੈ? ਜਦੋਂ ਗੁਣਵੰਤੀ ਗੁਣ ਪ੍ਰਾਪਤ ਕਰਦੀ ਹੈ ਨਾ, ਤੇ ਉਹਦੀ ਐਸੀ ਅਵਸਥਾ ਬਣ ਜਾਂਦੀ ਹੈ ਕਿ ਹਰ ਰੋਜ਼ ਹੀ ਪਰਮਾਤਮਾ ਦੇ ਗੁਣਾਂ ਦੀ ਪ੍ਰਾਪਤੀ ਕਰਦੀ ਰਹਿੰਦੀ ਹੈ। ਉਹਦੀ ਇੱਛਾ ਐਸੀ ਬਣ ਜਾਂਦੀ ਹੈ ਕਿ ਉਹ ਹੋਰ ਕਿਸੇ ਪਾਸੇ ਧਿਆਨ ਹੀ ਨਹੀਂ ਕਰਦੀ, ਸਿਰਫ ਤੇ ਸਿਰਫ ਪਰਮਾਤਮਾ ਦੇ ਗੁਣਾਂ ਦੀ ਪ੍ਰਾਪਤੀ ਕਰਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ, ਨਾਨਕ ਗੁਰਮਤਿ ਮਿਲੀਐ ਮੀਤ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਮੋਹਰ ਲਗਾ ਕੇ ਆਪਣੀ ਇਹ ਕਹਿੰਦੇ ਆ, ਭਾਈ ਗੁਰਮਤਿ ਗੁਰੂ ਦੀ ਮੱਤ ਦੁਆਰਾ ਜਿਹੜਾ ਹੈ ਆਪਣੇ ਮਿੱਤਰ ਪਰਮ ਪਿਆਰੇ ਪਰਮਾਤਮਾ ਨੂੰ, ਪ੍ਰੀਤਮ ਨੂੰ ਇਹ ਰੂਹ ਜਿਹੜੀ ਹੈ ਫਿਰ ਮਿਲ ਜਾਂਦੀ ਹੈ। ਇਹ ਗੁਰੂ ਦੀ ਬਖਸ਼ਿਸ਼ ਹੈ। ਅੱਗੇ ਹੁਣ ਸਾਨੂੰ ਬਖਸ਼ਿਸ਼ ਕਰਦੇ ਆ ਗੁਰੂ ਸਾਹਿਬ, ਕਾਮ ਕ੍ਰੋਧ ਕਾਇਆ ਕੋ ਗਾਲੇ, ਜਿਉ ਕੰਚਨ ਸੁਹਾਗਾ ਢਾਲੈ। ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਢਾਲੈ। ਕਸ ਕਸ ਵੱਟੀ ਸਹਿ ਸੋ ਤਾਓ, ਨਦਰ ਸਰਾਫ ਵੰਨੀ ਸਚੜਾਓ। ਜਗਤ ਪਸ਼ੂ ਐਹ ਕਾਲ ਕਸਾਈ, ਕਰ ਕਰ ਤੈ ਕਰਨੀ ਕਰ ਪਾਈ।
जिन कीती तिन कीमत पाई, होर क्या कहिए किछ कहण ना जाई। जिन कीती तिन कीमत पाई, होर क्या कहिए किछ रहण ना जाई। तो साध संगत जी अगले बंद दे विच हुण साहिब श्री गुरु नानक देव जी सानू ये गल समझा रहे है, भाई गुरमुख प्यारिओ, ये रूह दे अंदर जिहड़ा ना, ये मनुख दे अंदर जिहड़ा, बंदे दे अंदर जिहड़ा ना काम क्रोध इन्ना मारू है कि ये जिस रूह दे विच आ जांदा, जिस हिरदे दे विच आ जांदा, जिस बंदे दे अंतर हिरदे दे विच ये काम और क्रोध जिहड़ा है वस जांदा है, ये शरीर नूं की, काया नूं की, रूह नूं भी गाल दिंदा है। भाव रूह भी परमात्मा तो दूर होकर कष्ट भोगने शुरू कर दिंदी है। तो गुरु साहब कहते हैं भी ज्यों कंचन सुहागा टालै, किस तरह गालदा है, जिमें कहते भी गुरु साहब कहते हैं भी कंचन जिहड़ा सोना हुंदा है ना, सोने नूं जदों ढालिया जाता है, भट्ठी दे उत्ते रख के गर्म किया जाता, कुठाली दे विच पा के ते विच सुहागा पाया जाता। जिन्ना चिर सुहागा ना पाया जाए उन्ना चिर ये जिहड़ी सोना जिहड़ा ना ढलदा नहीं है। तो गुरु साहब कहते हैं भी जिमें कंचन नूं सुहागा ढालदा है, इवें जिकर साडी रूह नूं ये काम क्रोध लोभ मोह हंकार जिहड़े है ना, ये ढाल दिंदे है, परमात्मा दे रस्ते नहीं लगन दिंदे, इहनूं अमृत रस की प्राप्ति नहीं होण दिंदे। ये नरक दे विच दुख भोगदी होई जिहड़ी है बड़ी बेहाल हो जाती है, निढाल हो जाती है। अगे गुरु साहब कहते हैं कस कस वट्टी सह सोताओ, नदर सराफ वन्नी सचड़ाओ। सतगुरु बख्शिश करते हैं भाई जिमें सोना कस सहिंदा है, सुनारे की कसवट्टी के उत्ते जिहड़ा है ना, वो सुनारे की कुठाली दे विच भट्ठी दे उत्ते गर्म अग दे उत्ते ताप सह के कसवट्टी, भाव कसवट्टी का मतलब यह है कि परख, वो सहन करता है। इस तरह ही गुरु साहब कहते हैं भी साडी रूह भी जदों ये ता जिहड़ा है सहन करती है, उदों फिर ये मतलब जिहड़ी है सुच्ची हो जाती है। दुख सुख जिहड़े जीवन दे विच आउंदे आ ना, ये एक साडे ये परख है, एक ता है। इस ता नूं जदों असीं सह जाने आ, परमात्मा की शरण दे विच वैगुरू वैगुरू करते हुए लगातार उसकी शरण दे विच रहने आ, उदों फिर जिहड़ी है ये जिहड़ी है परख जिहड़ी लगी हुई है, ये कसवट्टी जिहड़ी है ये सह साडी रूह जिहड़ी है सह जाती है और सच्ची हो जाती है। गुरु साहब कहते हैं नदर सराफ वन्नी सचड़ाओ, जिमें फिर सोना नदर की निगाह दे विच बहुत सुच्चा हो जाता ना, सुच्ची वन का हो जाता, सुच्चे रंग का हो जाता। इस तरह साडी रूह भी परमात्मा दे इस ता नूं सहिंदी हुई जिहड़ी है वो सुच्ची हो जाती है, निर्मल हो जाती है, और फिर परमपिता परमात्मा साडी रूह के उत्ते खुश होकर उसनूं अपनियां बख्शिशां देनियां शुरू कर दिंदा है। तो साध संगत जी अगे बख्शिश करदे आ सतगुरु, जगत पशु अहकाल कसाई, कर करतै करनी कर पाई। सतगुरु हुण ये बख्शिश करदे पई ये सारा संसार जिहड़ा ना, जग जिहड़ा है पशु दी न्याई है, इहनूं अपनी कोई अकल नहीं है। इहदे कोले गुण आउंदे आ ते परमात्मा दे आउंदे आ, गुण भी परमात्मा दे तां आउंदे आ जदों ये सच्चे ता कसवट्टी नूं कस नूं सहिंदा है, परमात्मा की कस नूं, ते फिर नहीं तो वरना ये पशुआं वर्गा इहदा जीवन है। ये बंदे नूं भावें परमात्मा ने सूझ दिती हुई है कि तू परमात्मा की प्राप्ति कर सकता है, तू परमात्मा का नाम सिमरन कर सकता है, तू अपने जीवन नूं सुच्चा कर सकता है, पर यह मनुख फिर भी जिहड़ा है पशुआं वाले पासे गिरदी हुई ढाल, गिरदी हुई नीति वाल नूं जांदा है, गिरदी हुई सोच वाल नूं जांदा है, नरक वाल नूं जांदा है, उपरले पासे परमात्मा वाले पासे नूं नहीं जांदा। ये पशुआं वर्गा है। तो फिर गुरु साहब कहते हैं अहंकाल, काल जिहड़ा बड़ा हंकारी है, इहो जिहियां रूहां नूं फट देने मतलब तैयार बैठा हुंदा है कि कितों इस नूं मैं झपट्टा मारां और इस नूं जम दे रस्ते ले जाके दरबार नरक दे विच सिट्टां। कहंदे आ कसाई वर्गा है काल, जिहड़ा हंकारी है, लै जांदा फड़ के इस रूह नूं। अगे गुरु साहब कहंदे आ कर करते करनी कर पाई। उस परमपिता परमात्मा ने सानू कर कर वेखा नदर निहाल,
इस तरह नाल सानू कर करके वो परमपिता परमात्मा वेखदा है और सानू करनी भी जिहड़ी है उस परमपिता परमात्मा ने ही दिती है। करनी भी जिहड़ी शुभ करनी जिहड़ी है, पाप कर्म तो असीं अपनी मर्जी नाल करते रह जाते हैं परमात्मा तो दूर हो के, परमात्मा का वसारा करके। पर जदों असीं परमात्मा की शरण दे विच सुख शुद्ध कर्म, निर्मल कर्म, जिन्हों असीं पुण्य कर्म कहने हैं, धर्म कहने हैं, जिसनों असीं दया कहने हैं, जिसनों ये मतलब अनेकां 5 प्रकार के जिहड़े गुण है साडे, ये सानू प्राप्त होंदे आ। जदों असीं ये करते हैं ना तो उदों ये परमात्मा की किरपा हुंदी है कि सानू ये गुणां की प्राप्ति हो जाती है और गुरु की किरपा नाल प्राप्ति हुंदी है और असीं ये कर्म करते हैं। अगे गुरु साहब बख्शिश करते हैं, भाई सतगुरु बख्शिश करते हैं, होर क्या कहीए किछ कहण ना जाई, जिन कीती तिन कीमत पाई। होर क्या कहीए किछ कहण ना जाई। सतगुरु बख्शिश करते हैं भी जिन्हां ने ये किरत कीती, जिन्हां ने कर्म किया, जिन्हां ने करनी कीती, गुरु साहब कहते हैं भी उन्हां ही परमपिता परमात्मा की कीमत पा ली। भाव परमपिता परमात्मा के भेदां नूं जान लिया, परमपिता परमात्मा के दर्शन पा लए, परमपिता परमात्मा की शरण हो के परमात्मा की जोत दे विच सचखंड दे विच दाखल हो के उत्थे आसन प्राप्त किया और परमात्मा के दर्शदारे करते रहे। और जदों परमात्मा का हुक्म होया, ये रूह साडी जिहड़ी है परमात्मा की जोत दे विच अभेद हो गई, मिलन हो गया आत्मा और परमात्मा का। तो गुरु साहब कहते भी इस तरह नाल ये गुरमुख रूह ने उस परमपिता परमात्मा की कीमत प्राप्त कर ली, कीमत पा ली, जान लिया भी परमात्मा कैसा है। हुण अगे गुरु साहब कहते होर क्या कहीए किछ कहण ना जाई। गुरु साहब कहते भी होर कुछ कहण की लोड़ नहीं, इस तो उत्ते कुछ परमात्मा तो प्राप्ति तो उत्ते होर कुछ नहीं है, होर कुछ नहीं कहा जा सकता, कुछ कहा जा ही नहीं सकता परमात्मा बारे। परमात्मा अगम है, अगोचर है, अपार है, अपरंपार है। तो साध संगत जी अगे बख्शिश करते हैं गुरु साहब सानू गुरमुख प्यारियां रूहां नू, खोजत खोजत अमृत पिया, खेमा गही मन सतगुर दिया, खरा खरा आखै सब कोए, खरा रतन जुग चारे होए, खात पियंत मुए नहीं जानिया, खिन मैं मुए जा शब्द पछानिया, अस्थिर चीत मरण मन मानिया, गुर किरपा ते नाम पछानिया। हुण सतगुरु साहिब श्री गुरु नानक देव जी अज दे समय दे विच इस पल दे विच जो आपां विचार कर रहे हैं, सानू साडियां रूहां नूं गुरु साहब एक मत दे रहे हैं। पर जिस समय ये शब्द उच्चारण किया गया सी ना, उस समय एक पांडे नूं ये सारियां गल्लां समझाइयां जा रही सी गुरु नानक देव जी द्वारा। तो हुण गुरु साहब सानू की समझाउंदे आ, भाई वो पांडे ने भी यही समझाया सी, भाई परमात्मा की प्राप्ति कर, परमात्मा की शरण हो के नाम तन का सिमरन इकट्ठा कर, नाम तन की पूंजी इकट्ठी कर। तो गुरु साहब कहते खोजत खोजत अमृत पिया। जदों परमात्मा की किरपा होई, ये साडी रूह ने खोज खोज के समय समय मुताबक ये ढूंढ ढूंढ के अमृत की प्राप्ति की, भाव चंगे कर्म चंगे गुण प्राप्त किए और फिर गुणों की वजह करके परमात्मा के नाम की प्राप्ति हुई। और नाम जिहड़ा ये अमृत है, अमृत रस जिहड़ा इस रूह नूं आउणा शुरू हो गया। इस तरह अमृत पिया, इस रूह ने अमृत पीता। अगे गुरु साहब कहते हैं खेमा गही मन सतगुर दिया। गुरु साहब होर बख्शिश करते हैं भी नाल भाई ये नाम सिमरन दे जदों तू खोजदा है उदों किस चीज़ की लोड़ है। तो गुरु साहब कहते हैं भी खेमा गही, इस रूह ने खेमा प्राप्त कर ली, खेमा ग्रहण कर ली। लोकां नूं बख्शना, किसी भी जीव नूं जे कोई गल है तो उन्होंने बख्श देना, उसनूं खेमा कर देनी, उसनूं हथ जोड़ के नमस्कारां करनियां। गुरु साहब कहते हैं इस तरह नाल ये साडे मन ने गुरु की किरपा जिहड़ी है प्राप्त की। खेमा गही मन सतगुर दिया, मन जिहड़ा अपना कर्म करता सी ना पहला, वो छड्ड के गुरु साहिब नूं समर्पित होकर मन जिहड़ा है खेमा दा रस्ता पकड़ लिया उसने। अगे गुरु साहब कहते हैं खरा खरा आखे सब कोए, खरा रतन जुग चारे होए।
ਕਹਿੰਦੇ ਵੀ ਫਿਰ ਉਸ ਰੂਹ ਨੂੰ ਜਿਸ ਦੇ ਹਿਰਦੇ ਦੇ ਵਿੱਚ ਨਾਮ ਅੰਮ੍ਰਿਤ ਦੀ ਪ੍ਰਾਪਤੀ ਹੋ ਜਾਂਦੀ ਹੈ, ਖਿਮਾ ਗ੍ਰਹਿਣ ਕਰ ਲੈਂਦੀ ਹੈ, ਉਹ ਰੂਹ ਪਰਮਾਤਮਾ ਉਸ 'ਤੇ ਕਿਰਪਾ ਕਰਕੇ ਪਰਮਾਤਮਾ ਉਹ ਨੂੰ ਸਤਿਗੁਰੂ ਨੂੰ ਉਹ ਰੂਹ ਆਪਣਾ ਮਨ ਜਿਹੜਾ ਸੌਂਪ ਦਿੰਦੀ ਹੈ। ਤੇ ਫਿਰ ਗੁਰੂ ਸਾਹਿਬ ਕਹਿੰਦੇ ਆ ਵੀ ਕੀ ਹੋਇਆ, ਖਰਾ ਖਰਾ ਆਖੇ ਸਭ ਕੋਈ। ਉਸ ਰੂਹ ਨੂੰ ਹਰ ਕੋਈ ਖਰਾ ਖਰਾ ਆਖਣਾ ਸ਼ੁਰੂ ਕਰ ਦਿੰਦਾ ਹੈ। ਉਹਨੂੰ ਲੋਕ ਨਮਸਕਾਰਾਂ ਕਰਦੇ ਹੈ, ਉਹਦਾ ਸਤਿਕਾਰ ਕਰਦੇ ਹੈ, ਉਹਨੂੰ ਬਾਬਾ ਜੀ ਕਹਿਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਗੁਰੂ ਪਿਆਰ ਵਾਲੀ ਰੂਹ ਕਹਿਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਗੁਰੂ ਦਾ ਸੇਵਕ ਕਹਿਣਾ ਸ਼ੁਰੂ ਕਰ ਦਿੰਦੇ ਆ, ਉਹਨੂੰ ਗੁਰੂ ਦਾ ਦਾਸ ਕਹਿਣਾ ਸ਼ੁਰੂ ਕਰ ਦਿੰਦੇ ਆ। ਪਰ ਸਾਰੇ ਖਰਾ ਖਰਾ ਕਹਿੰਦੇ ਆ, ਉਸ ਨੂੰ ਚੰਗਾ ਕਹਿੰਦੇ ਆ, ਭਲਾ ਭਲਾ ਕਹਿੰਦੇ ਆ ਸਾਰੇ ਲੋਕ ਸੰਸਾਰ ਦੇ। ਜਿਹੜਾ ਗੁਰਮੁਖ ਪਿਆਰੀ ਰੂਹ ਪਰਮਾਤਮਾ ਦੀ ਸ਼ਰਨ ਹੋ ਜਾਂਦੀ ਹੈ, ਸਤਿਗੁਰੂ ਦੀ ਸ਼ਰਨ ਹੋ ਜਾਂਦੀ ਹੈ, ਮਨ ਆਪਣਾ ਪਰਮਾਤਮਾ ਨੂੰ ਸੌਂਪ ਦਿੱਤਾ, ਸਤਿਗੁਰੂ ਨੂੰ ਸੌਂਪ ਦਿੱਤਾ, ਉਹਨੂੰ ਸਾਰਾ ਸੰਸਾਰ ਖਰਾ ਖਰਾ ਕਹਿਣਾ ਸ਼ੁਰੂ ਕਰ ਦਿੰਦਾ, ਕੋਈ ਮੰਦਾ ਨਹੀਂ ਬੋਲਦਾ। ਅੱਗੇ ਗੁਰੂ ਸਾਹਿਬ ਕਹਿੰਦੇ ਆ ਖਰਾ ਰਤਨ ਜੁਗ ਚਾਰੇ ਹੋਏ। ਜਿਹੜਾ ਖਰਾ ਹੋ ਜਾਂਦਾ ਨਾ ਤੇ ਫਿਰ ਉਹ ਰਤਨ ਪ੍ਰਾਪਤ ਕਰ ਲੈਂਦਾ। ਭਰਾਵ ਨਾਮ ਦਾ ਰਤਨ ਹੀ ਰਤਨ ਜਵਾਹਰ ਹੀਰੇ ਮੋਤੀ ਹੈ। ਉਹ ਹੀਰੇ ਮੋਤੀਆਂ ਵਰਗਾ ਰਤਨ ਹੋ ਜਾਂਦਾ ਹੈ, ਖਰਾ ਹੋ ਜਾਂਦਾ ਹੈ। ਤੇ ਗੁਰੂ ਸਾਹਿਬ ਕਹਿੰਦਾ ਵੀ ਇਹ ਫਿਰ ਚਾਰੇ ਯੁੱਗ ਇਹ ਕਾਇਮ ਰਹਿੰਦਾ ਹੈ। ਇਸ ਦੀ ਭਗਤੀ ਜਿਹੜੀ ਹੈ, ਤੁਸੀਂ ਦੇਖਿਆ ਹੋਣਾ ਪ੍ਰਹਲਾਦ ਯੁੱਗ ਨੂੰ 4 ਯੁੱਗ ਹੋ ਗਏ ਤੇ ਉਸ ਨੇ ਨਾਮ ਦੀ ਪ੍ਰਾਪਤੀ ਕੀਤੀ ਸੀ, ਰਤਨ ਦੀ ਪ੍ਰਾਪਤੀ ਕੀਤੀ, ਸਤਿਗੁਰੂ ਦੀ ਸ਼ਰਨ ਹੋ ਕੇ ਮਨ ਨੂੰ ਆਪਣਾ ਸਤਿਗੁਰੂ ਨੂੰ ਸੌਂਪ ਦਿੱਤਾ। ਤੇ ਅੱਜ ਤੱਕ ਵੀ ਪ੍ਰਹਲਾਦ ਨੂੰ ਅਸੀਂ ਯਾਦ ਕਰਦੇ ਹਾਂ ਵੀ ਪ੍ਰਹਲਾਦ ਕੌਣ ਸੀ। ਪ੍ਰਹਲਾਦ ਕੋਈ ਪਰਮਾਤਮਾ ਦਾ ਭਗਤ ਸੀ। ਅੱਜ ਵੀ ਅਸੀਂ ਉਹਨੂੰ ਨਮਸਕਾਰਾਂ ਕਰਦੇ ਹਾਂ ਪਰਮਾਤਮਾ। ਇਸੇ ਤਰ੍ਹਾਂ ਅੱਜ ਦੇ ਯੁੱਗ ਦੇ ਵਿੱਚ ਜੋ ਗੁਰਮੁਖ ਪਿਆਰੀ ਰੂਹ ਪਰਮਾਤਮਾ ਦੀ ਸ਼ਰਨ ਹੋ ਕੇ ਖਿਮਾ ਕਹਿੰਦੀ ਹੈ, ਮਨ ਸਤਿਗੁਰੂ ਨੂੰ ਦੇ ਦਿੰਦੀ ਹੈ ਔਰ ਖਰੇ ਰਤਨ ਦੀ ਭਾਵ ਨਾਮ ਰਤਨ ਦੀ ਪ੍ਰਾਪਤੀ ਕਰ ਲੈਂਦੀ ਹੈ। ਤੇ ਗੁਰੂ ਸਾਹਿਬ ਕਹਿੰਦੇ ਆ ਭਾਈ ਉਹਦੀ ਵਡਿਆਈ ਜਿਹੜੀ ਹੈ ਚਾਰੇ ਯੁੱਗ 'ਚ ਹੁੰਦੀ ਹੈ, ਚਾਰਾਂ ਯੁੱਗਾਂ ਦੇ ਵਿੱਚ ਉਸ ਦੀ ਵਡਿਆਈ ਹੁੰਦੀ ਹੈ। ਹੁਣ ਅੱਗੇ ਗੁਰੂ ਸਾਹਿਬ ਕਹਿੰਦਾ ਹੈ ਖਾਤ ਪਿਅੰਤ ਮੂਹੇ ਨਹੀਂ ਜਾਣਿਆ। ਜੇ ਕੋਈ ਰੂਹ ਖਾਈ ਜਾਂਦੀ ਹੈ, ਆਪਣਾ ਪੇਟ ਭਰੀ ਜਾਂਦੀ ਹੈ, ਬਹੁਤ ਸੋਹਣੇ ਸੋਹਣੇ ਪਦਾਰਥ ਵੀ ਖਾਂਦੀ ਹੈ, ਮੈਂ ਵੀ ਕਹਿ ਦਿਆਂ ਅੱਛੇ ਤੋਂ ਅੱਛੇ ਪੀਣ ਦੇ ਰਸ ਜਿਹੜੇ ਆ ਉਹ ਵੀ ਪੀਂਦੀ ਹੈ। ਪਰ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਖਾ ਪੀ ਕੇ ਜਿਹੜਾ ਮਰ ਗਿਆ, ਪਰਮਾਤਮਾ ਨੂੰ ਨਹੀਂ ਜਾਣਿਆ, ਕਹਿੰਦੇ ਉਹਦੀ ਕੋਈ ਕੀਮਤ ਨਹੀਂ ਹੈ। ਗੁਰੂ ਸਾਹਿਬ ਕੀ ਕਹਿੰਦੇ ਆ, ਖਿਨ ਮੂਏ ਜਾਂ ਸ਼ਬਦ ਪਛਾਣਿਆ। ਜੇ ਕਿਤੇ ਇਸ ਖਾਣ ਦੇ ਬਰਾਬਰ ਜਿਹੜਾ ਹੈ ਨਾ, ਦੂਜੇ ਪਾਸੇ ਗੁਰੂ ਸਾਹਿਬ ਕਹਿੰਦੇ ਆ ਕਿ ਜੇ ਕਿਸੇ ਰੂਹ ਨੇ ਸ਼ਬਦ ਦੀ ਪਛਾਣ ਕਰਕੇ ਸ਼ਬਦ ਦੇ ਉੱਤੋਂ ਆਪਣੀ ਰੂਹ ਨੂੰ ਮਾਰ ਲਿਆ, ਭਾਵ ਜੀਂਦੇ ਜੀ ਮਰ ਜੀਵੜਾ ਹੋ ਗਿਆ, ਮਰ ਕੇ ਪਰਮਾਤਮਾ ਦੇ ਸ਼ਬਦ ਦੇ ਵਿੱਚ ਜੀਵਤ ਹੋ ਗਿਆ, ਯਾਨੀ ਪਰਮਾਤਮਾ ਦਾ ਸ਼ਬਦ ਪਕੜ ਲਿਆ, ਉਹ ਹਿਰਦੇ ਵਿੱਚ ਪਰਮਾਤਮਾ ਦਾ ਸ਼ਬਦ ਆ ਗਿਆ ਔਰ ਸੰਸਾਰਿਕ ਵਸਤੂਆਂ, ਸੰਸਾਰਿਕ ਵਿਚਾਰ, ਸੰਸਾਰਿਕ ਕਰਮ ਜਿਹੜੇ ਆ ਸਾਰੇ ਛੱਡ ਦਿੱਤੇ। ਜਿੰਦੇ ਜੀ ਮਰ ਗਿਆ, ਰੂਹ ਮਰੀ। ਜਿਹੜਾ ਪਾਪ ਕਰਮ ਜਿਹੜਾ ਸੀ ਨਾ ਸਾਡਾ ਅਧਰਮ ਵਾਲਾ, ਉਹ ਮਰ ਗਿਆ, ਸੰਸਾਰ ਮਰ ਗਿਆ। ਪਰ ਜਦੋਂ ਅਸੀਂ ਪਰਮਾਤਮਾ ਦੇ ਸ਼ਬਦ ਦੇ ਨਾਲ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨ ਕੀਤਾ ਨਾ, ਤੇ ਅਸੀਂ ਮਰ ਜੀਵੜੇ ਹੋ ਗਏ, ਜਿਉਂਦੀ ਜਾਗਦੀ ਜੋਤ ਹੋ ਗਈ। ਸਾਡੀ ਜੋਤ ਜਿਹੜੀ ਆ ਉਹ ਅਮਰ ਹੋ ਗਈ, ਨਿਰਮਲ ਹੋ ਗਈ, ਸੁੱਚੀ ਹੋ ਗਈ, ਆਨੰਦਦਾਇਕ ਹੋ ਗਈ, ਸੁਖਦਾਇਕ ਹੋ ਗਈ। ਤੇ ਇਸ ਤਰ੍ਹਾਂ ਦੇ ਨਾਲ ਫਿਰ ਰੂਹ ਸਾਡੀ ਜਿਹੜੀ ਹੈ ਨਾ, ਇਹ ਪਰਮਪਿਤਾ ਪਰਮਾਤਮਾ ਦੀ ਰੂਹ, ਪਿਆਰੀ ਰੂਹ ਬਣ ਜਾਂਦੀ ਹੈ। ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਵੀ ਇਹ ਜਦੋਂ ਇਸ ਤਰ੍ਹਾਂ ਨਾਲ ਸ਼ਬਦ ਨੂੰ ਪਛਾਣਿਆ ਤੇ ਇਹ ਪ੍ਰਾਪਤੀ ਹੋ ਗਈ ਪਰਮਾਤਮਾ ਦੀ ਕਿਰਪਾ ਨਾਲ। ਤੇ ਗੁਰੂ ਸਾਹਿਬ ਕਹਿੰਦੇ ਆ ਅਸਥਰ ਚੀਤ ਮਰਨ ਮਨ ਮਾਨਿਆ। ਫਿਰ ਕੀ ਹੋਇਆ, ਉਹਦਾ ਚਿੱਤ ਜਿਹੜਾ ਹੈ ਮਨ ਟਿਕਾ ਦੇ ਵਿੱਚ ਆ ਗਿਆ, ਅਸਥਿਰ ਹੋ ਗਿਆ। ਅਸਥਿਰ ਦਾ ਮਤਲਬ ਟਿਕਾ ਦੇ ਵਿੱਚ ਆ ਜਾਣਾ, ਭੱਜਣਾ ਨਹੀਂ, ਭਟਕਣਾ ਨਹੀਂ, ਦੂਰ ਨਹੀਂ ਜਾਣਾ, ਛੱਡਣਾ ਨਹੀਂ ਕਿਤੇ। ਚਿੱਤ ਦੇ ਵਿੱਚ ਇਹ ਮਰਨ ਜਿਹੜਾ, ਸੰਸਾਰ ਤੋਂ ਮਰਨ ਜਿਹੜਾ ਹੈ ਉਹ ਮੰਨ ਲਿਆ। ਤੇ ਗੁਰੂ ਸਾਹਿਬ ਕਹਿੰਦੇ ਆ ਵੀ ਸਾਡਾ ਜਦੋਂ ਮਨ ਮੰਨ ਗਿਆ ਨਾ, ਤੇ ਉਦੋਂ ਪਰਮਪਿਤਾ ਪਰਮਾਤਮਾ ਦੀ ਕਿਰਪਾ ਨਾਲ ਇਹ ਮਨ ਸਾਡਾ ਟਿਕਾ ਦੇ ਵਿੱਚ ਆ ਗਿਆ ਤੇ ਸਿਰਫ ਪਰਮਾਤਮਾ ਦੀ ਸ਼ਰਨ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਗਿਆ। ਅੱਗੇ ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ, ਗੁਰ ਕਿਰਪਾ ਤੇ ਨਾਮ ਪਛਾਨਿਆ। ਇਹ ਸਾਰਾ ਹੋਇਆ ਕਦੋਂ, ਜਦੋਂ ਉਸ ਪਰਮਪਿਤਾ ਪਰਮਾਤਮਾ ਨੇ ਕਿਸੇ ਗੁਰਮੁਖ ਰੂਹ ਦੇ ਉੱਤੇ ਆਪ ਕਿਰਪਾ ਕੀਤੀ ਤੇ ਆਪ ਕਿਰਪਾ ਕਰਕੇ ਆਪਣਾ ਆਪ ਜਿਹੜਾ ਸੀ ਉਸ ਗੁਰਮੁਖ ਰੂਹ ਨੂੰ ਬੁਝਾ ਦਿੱਤਾ। ਔਰ ਉਸ ਗੁਰਮੁਖ ਰੂਹ ਨੇ ਨਾਮ ਦੀ, ਅੰਮ੍ਰਿਤ ਦੀ ਦਾਤ ਜਿਹੜੀ ਹੈ, 9 ਨੇਦਾਂ ਦੇ ਭੰਡਾਰਿਆਂ ਦੀ ਦਾਤ ਜਿਹੜੀ ਹੈ, ਗੁਰੂ ਦੀ ਕਿਰਪਾ ਦੀ ਬਖਸ਼ਿਸ਼ ਦੀ ਦਾਤ ਜਿਹੜੀ ਹੈ ਉਹ ਪ੍ਰਾਪਤ ਕਰ ਲਈ ਹੈ, ਉਸ ਨੂੰ ਪਛਾਣ ਲਿਆ ਹੈ ਔਰ ਪਰਮਪਿਤਾ ਪਰਮਾਤਮਾ ਨੂੰ ਵੀ ਪਛਾਣ ਲਿਆ ਉਸਨੇ।
तो साध संगत जी ये विचार है। अगे गुरु साहब अगले बंद दे विच सानू फिर होर दसदे अगे भाई गुरमुख प्यारे हौली हौली गुरु साहब सानू परमात्मा दे रस्ते वल नूं लिजाण दी कोशिश कर रहे। की कहंदे है, गगन गंभीर गगनंतर वास, गुण गावै सुख सहज निवास, गया न आवे आए न जाए, गुर प्रसाद रहै लिव लाए। गगन अगम अनाथ अजोनी, अस्थिर चीत समाध सुगोनी, हर नाम चेत फिर पवै न जूनी, गुरमुत सार होर नाम विहूनी। गुरमुत सार होर नाम विहूनी। तो साध संगत जी सतगुरु सानू बख्शिश करते हैं, भाई गगन गंभीर गगनंतर वास, साडे मन के आकाश दे विच गुरु साहब कहते हैं कि उस परम पिता परमात्मा का वासा हो जाता है। गगनंतर साडे मन के गगन के अंदर, गुण गावै सुख सहज निवास, फिर ऐसी रूह जिस ते परमात्मा की कृपा हो जाती है, वो हमेशा ही 24 घंटे लगातार अहनिस अणदिन दिन रात वो परम पिता परमात्मा की जिहड़ी है ना लिव जोड़ी रखती है। गुरु के प्रसाद द्वारा वो परमात्मा के नाल लिव जोड़ी रखती है। तो गुरु साहब कहते हैं, गुरमुत सार होर ना, गगन अगम अनाथ जोनी। ये गगन जिहड़ा है ना, यानी जिथे परम पिता परमात्मा का वासा है, कहते भी ये अगम, अगम का मतलब जानिया नहीं जा सकता, पहुँचा नहीं जा सकता, इनू कहते हैं अगम। अनाथ, ये परमपिता परमात्मा जिहड़ा है ये नाथां दा नाथ अनाथ है। अजोनी, ये जोनियां दे विच कदे नहीं आउंदा। गुरु साहब कहंदे आ भी ये साडी रूह जिहड़ी है ना, उदों फिर इस परमपिता परमात्मा दे ये गुणां नूं जानना शुरू कर दिंदी है, उहनूं समझ आ जांदी है कि परमात्मा है की चीज़। तो फिर अगे गुरु साहब कहंदे आ, अस्थिर चीत समाध सगोनी। जदों परमात्मा की ये अवस्था की साडी रूह नूं पता लगता है ना, ज्ञान हुंदा है, तो साडा मन जिहड़ा है, साडी रूह जिहड़ी है वो अस्थिर हो जाती है, भाव टिका दे विच आ जाती है। सिर्फ तो सिर्फ परमात्मा की शरण दे विच बैठी रहिंदी है, नतमस्तक होकर परमात्मा का नाम सिमरन करती रहिंदी है, तो चित्त दे विच परमात्मा नूं ध्याउंदी, परमात्मा के दर्शदारे करती हुई समाध संगोनी। परमात्मा के संग समाध दे विच जिवें संगत हो जाती है ना, इस तरह वो संगत करती रहिंदी है परमात्मा की समाध लगा के। हुण गुरु साहब करते बख्शिश करते हैं, हर नाम चेत फिर पवै न जोनी। फिर ये रूह जिहड़ी साडी है ना, परमात्मा का नाम सिमरन करती हुई, चेते करती हुई, याद करती हुई, लगातार लिव जोड़ के, तो गुरु साहब कहते हैं फिर ये जोनी दे विच नहीं आउंदी, कदे नरक दे विच नहीं आउंदी, ये जमां दे चक्कर च नहीं पैंदी। इस नूं परमात्मा का रस्ता जिहड़ा अलग है। जदों इहदी समां अवस्था पूरी हुंदी है, सांसां दी पूंजी जिहड़ी है खत्म हो जाती है, उदों परमात्मा दे देवते इस दा सत्कार करके इस नूं बवान दे विच बिठा के इहदे फुल्लां दी वर्षा करते हुए, इहदा सत्कार करते हुए, इहदे जय जयकार करते हुए परमात्मा दे द्वारे ते लिजा के छड्डदे है। पर यह रूह दा उत्थे आवागमन कट्टिया जांदा है, जूनां दे विच मुड़ के नहीं आउंदीगी, कदे भी नहीं आउंदीगी। परमात्मा की किरपा नाल इह आवागमन जिहड़ा 84 लख जूनियां दा ये कट्टिया जांदा है, इस नूं कुल्लिया मोक्ष की प्राप्ति हो जाती है। तो साध संगत जी अगे गुरु साहब बख्शिश करते हैं, गुरमत सार होर नाम बेहूनी। जिहड़ियां रूहां गुरमत दे विच गुरमत दे सार नूं समझना शुरू कर दियां, गुरमत जानना शुरू कर दियां, गुरमत दा उन्हां नूं ज्ञान हो जाता है। गुरु साहब कहते हैं फिर उन्हां नूं सारी सृष्टि दा सार, सारे परमात्मा दा सार
परमात्मा की है, परमात्मा कैसा है, परमात्मा की करता है, परमात्मा किवें सानू बख्शिशा करता है, परमात्मा नाल साडा मिलन कि ये सारा ज्ञान जिहड़ा ब्रह्म ज्ञान जिहड़ा है उस नूं गुरमत द्वारा सार जिहड़ा है वो प्राप्त हो जाता है। तो गुरु साहब कहते हैं भी जिहड़ा दूजा संसार है जिन्हां ने परमात्मा नूं जाणिया ही नहीं, परमात्मा नूं देखिया ही नहीं, परमात्मा का नाम ही नहीं सिमरन करता, वो सिर्फ माया के चक्करां 'च फिरदे रहिंदे। ते गुरु साहब कहते हैं भी वो जिहड़े माया के चक्कर 'च फिरन वालियां रूहां है ना, वो गुरु साहब सानू बख्शिश करते हैं कि गुरमत सार होर जिहड़े गुरमत सार लैंदे आ उन्हां दी गल नहीं, उन्हां तो इलावा जिहड़ा दूजा संसार है वो सारा नाम विहूणा ही है, नाम विहूणा ही माया के चक्कर 'च फिरदा रहिंदा है। तो इस तरह नाल भटकदा वो पाप कर्म खटदा होया नरकां दी अग दे विच सड़ जांदा जाके, तो फिर उस नूं 84 ਲੱਖ जूनियां दा भोग जिहड़ा है वो भोगना पैंदा है, बार बार जमना पैंदा है, बार बार मरना पैंदा है, धर्मराज दे तसीहे जिहड़े है जो सज़ा उहनूं लगदी है वो भोगनी पैंदी है। और इस तरह दे नाल नरक दे तसीहे झलदा होया जिहड़ा भावें बार बार जूनियां इस संसार दे विच ही आके लैंदा, पर इस संसार दे विच ही वो नरक वाले तसीहे जिहड़े है वो भोगदा रहिंदा है। ये रूह दी खेल है। तो साध संगत जी इस तरह के नाल गुरु साहब ने सानू ये दखणी ओंकार दे विच ये विचार समझाए है कि भाई परमपिता परमात्मा की प्राप्ति किस तरह होएगी। तो साध संगत जी इन्नियां विचारां करदा होया दास क्षमा दा जाचक है, वाहिगुरू किरपा करन साडियां रूहां नूं भी इस रस्ते ते चलाएमान करन, साडे ते किरपा करके सानू भी अपने चरनां नाल जोड़ लैण, साडी लिव जिहड़ी है उस परमपिता परमात्मा नाल जुड़ी रहे। इन्नियां विचारां करदा होया इन्नी बेनती करदा होया सतगुरु नूं सच्चे पातशाह नूं दास क्षमा दा जाचक है। वाहिगुरू जी का खालसा वाहिगुरू जी की फतेह।